मैं ਤੁਹਾਡਾ ਖਾਤਮ ਚੌਧਰੀ ਆਬਦ ਅਵਾਮੀ ਮਿਸਾਲ ਦੇ ਨਾਲ ਨਾਜ਼ਰੀਨ ਅੱਜ ਮੈਂ ਮੌਜੂਦ ਹਾਂ ਉਜਰਾ ਸ਼ਾਹ ਮੁਕੀਮ ਆਲੂ ਮੰਡੀ ਦੇ ਵਿੱਚ। ਇਹ ਆਲੂ ਮੰਡੀ ਦਾ ਇਫਤਤਾਹ ਤਕਰੀਬਨ ਕੋਈ 2-3 ਸਾਲ ਤੋਂ ਇੱਥੇ ਆਲੂ ਵਿਕਦਾ ਪਿਆ। ਅੱਜ ਅਸੀਂ ਮੰਡੀ ਦਾ ਵਿਜ਼ਿਟ ਕੀਤਾ, ਸਾਡੇ ਨਾਲ ਮਾਲ ਵਿਕਦਾ ਪੈਂਦੇ, ਤੁਸੀਂ ਮੁਤਮਿਨ ਜੇ ਸਹੀ ਇੱਥੇ ਵਿੱਚ ਕੋਈ ਵਪਾਰੀਆਂ ਦੀ ਮਿਲੀ ਭਗਤ ਨਹੀਂ ਹੈਗੀ? नहीं माल बिल्कुल ਮਾਲ ਸਹੀ ਵਿਕਦਾ ਪਿਆ। ਕੀ ਰੇਟ ਚੱਲਦਾ ਪਿਆ ਅੱਜ ਦਾ? आज का रेट चलता पे 1800 1700 2000 2100 2200 जिमें का माल है उमें का रेट ਅਗਲੇ ਵੀ ਸਾਰਾ ਸਾਲ ਜ਼ਿਮੀਂਦਾਰਾਂ ਨੂੰ ਬਹੁਤ ਕਿਸਾਰਾ ਹੋਇਆ ਹੈ, ਫਸਲਾਂ ਦੇ ਵਿੱਚ ਨੁਕਸਾਨ ਹੋਇਆ ਹੈ। ਇਹ ਉਹਨਾਂ ਦਾ ਜਿਹੜਾ ਸਾਰਾ ਸਾਲ ਦਾ ਨੁਕਸਾਨ ਹੋਇਆ ਪੂਰਾ ਹੋ ਜਾਏਗਾ ਜਾਂ ਨਹੀਂ? आलूआं च पूरा हो जाएगा ਅਗਰ ਆਲੂ ਇਸ ਰੇਟ ਤੇ ਰਵਨ ਦੇ ਤੇ ਪੂਰਾ ਹੋਵੇਗਾ। हाँ जी ਆਲੂਆਂ ਦੀ ਔਸਤ ਕਿੰਨੀ ਕੁ ਆਉਂਦੀ ਪਈ ਹੈ? इस टाइम जी औसत आ रही है 90 95 80 85 राशन दी आ रही 80-85 ਬੋਰੀ ਰਾਸ਼ਨ ਦੀ ਆਉਂਦੀ ਪਈ ਹੈ। ਬਾਹਰ ਜਿਹੜੇ ਜ਼ਿਮੀਂਦਾਰ ਵਾਹਨਾਂ ਵਿੱਚ ਵੇਚਦੇ ਪਏ ਨੇ ਉਹ ਉੱਥੇ ਉਹਨਾਂ ਨੂੰ ਫਾਇਦਾ ਹੈ ਜਾਂ ਮੰਡੀ ਲਿਆਉਣ ਦਾ ਫਾਇਦਾ? ਉੱਥੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੈ ਕਿਉਂਕਿ ਖਰਚਾ ਨਹੀਂ ਆਉਂਦਾ ਜੀ। ਇੱਥੇ ਫਿਰ ਲਿਆਉਣ ਦਾ ਖਰਚਾ ਹੈ, ਉੱਤੇ ਇਜ਼ਾਫੀ ਕਿਰਾਏ ਨੇ, ਉਸ ਨਿਸਬਤ ਨਾਲ ਇਹ ਸੂਰਤ ਹਾਲ ਹੈ ਜੀ। ਸਾਡੇ ਨਾਲ ਇੱਕ ਹੋਰ ਜ਼ਿਮੀਂਦਾਰ ਮੌਜੂਦ ਨੇ। ਇਸ ਦਫਾ ਜ਼ਿਮੀਂਦਾਰਾਂ ਨੂੰ ਪਹਿਲੇ ਕਾਫੀ ਨੁਕਸਾਨ ਹੋਇਆ ਹੈ, ਕੀ ਉਹਨਾਂ ਜ਼ਿਮੀਂਦਾਰਾਂ ਦਾ ਜਿਹੜਾ ਸਾਰਾ ਹੋਇਆ ਉਹ ਪੂਰਾ ਹੋ ਜਾਏਗਾ ਆਲੂ ਦੀ ਫਸਲ ਤੇ? ਇਨਸ਼ਾਅੱਲਾ ਹੋਵੇਗਾ, ਜ਼ਰੂਰ ਹੋਵੇਗਾ ਜੀ। ਐਵਰੇਜ ਠੀਕ ਆਉਂਦੀ ਪਈ ਹੈ ਇਸ ਮੰਡੀ ਦੇ ਵਿੱਚ ਜਿਹੜਾ ਮਾਲ ਵਿਕਦਾ ਪਿਆ? ਤੁਸੀਂ ਉਹਦੇ ਤੋਂ ਮੁਤਮਿਨ ਜੇ ਕੋਈ ਵਪਾਰੀਆਂ ਦੀ ਆਪਸ ਵਿੱਚ ਮਿਲੀ ਭਗਤ ਨਹੀਂ ਹੈਗੀ? ਸਹੀ ਵਿਕਦੇ ਪਏ ਨੇ, ਪੈਸੇ ਵੀ ਰੂਟੀਨ ਬਾਅਦ ਨਗਦ ਦਿੰਦੇ ਪਏ ਨੇ ਜੀ? ਨਾਲੇ ਵੀ ਮੰਡੀ ਵਿੱਚ ਮਾਲ ਲੈ ਕੇ ਆ ਰਹੇ ਜੀ? ਪਹਿਲੀ ਦਫਾ ਆਏ ਜੀ ਸਰ। ਕਿੰਨੇ ਆਲੂ ਕਾਸ਼ ਕੀਤੇ ਨੇ? 20 ਏਕੜ 20 ਏਕੜ ਆਲੂ ਕਾਸ਼ ਕੀਤੇ ਨੇ ਜੀ। ਕਿਹੜੇ ਅੱਜ ਆਲੂ ਲੈ ਕੇ ਆਏ ਜੀ? ਮਜ਼ੀਕਾ। ਅੱਛਾ, ਵਿਕ ਗਿਆ ਨੇ? ਨਹੀਂ ਹਾਲੀ ਬੋਲੀ ਲੱਗਣੀ ਹੈ। ਅੱਛਾ, ਇੱਥੇ ਜਿਹੜੇ ਮਾਲ ਵਿਕਦਾ ਪਿਆ ਤੁਸੀਂ ਇਹਨਾਂ ਤੇ ਮੁਤਮਿਨ ਜੇ? ਮੁਤਮਿਨ ਸਹੀ ਮਾਲ ਵੇਚਦੇ ਨੇ? ਬਿਲਕੁਲ ਪੇਮੈਂਟ ਦਾ ਕੋਈ ਰੋਲਾ ਨਹੀਂ, ਪੇਮੈਂਟ ਨਗਦ ਦਿੰਦੇ ਪਏ ਨੇ? ਜਿਹੜਾ ਕਿਸਾਰਾ ਹੋ ਗਿਆ ਜ਼ਿਮੀਂਦਾਰਾਂ ਨੂੰ ਪੂਰੇ ਸਾਲ ਤੋਂ ਹਾਈਬ੍ਰਿਡ ਬੀਜ ਤੋਂ ਗਲਤ ਮਿਲਿਆ ਜ਼ਿਮੀਂਦਾਰਾਂ ਨੂੰ, ਇਹਨੇ ਹੈਵੀ ਬਿੱਲ ਉਹਨਾਂ ਭਰੇ ਨੇ ਬਿਜਲੀ ਤੇ, ਇਹ ਆਲੂ ਫਸਲ ਦਾ ਨੁਕਸਾਨ ਪੂਰਾ ਹੋ ਜਾਏਗਾ? पूरा हो जाएगा अल्हम्दुलिल्लाह, साल हो जाएगा। ਅਗਰ ਆਲੂ ਦਾ ਰੇਟ ਇੱਥੇ ਇੱਥੇ ਰਿਹਾ ਤਾਂ, ਅਗਰ ਇੱਥੇ ਨਾ ਰਿਹਾ ਫਿਰ ਨਹੀਂ ਹੋਣਾ। ਸਾਡੀ ਹਕੂਮਤ ਉਹਦੇ ਚੌਧਰੀ ਮੁਹੰਮਦ ਮੰਸ਼ਾ ਮਾਰ ਸਾਹਿਬ ਜਿਹੜੇ ਕਿ ਸਦਰ ਨੇ ਆਲੂ ਮੰਡੀ ਦੇ ਸਬਜ਼ ਮੰਡੀ ਦੇ। शाम की मेरा दूसरा साल है इस मंडी आलू के जिमीदार में इतने बड़ा बेनीफिट मिल रहा है कि तहसील लैवल और जिला लैवल से इतनी सारी मार्केट अप जा रही है, जिन्नी वजह तो जिमीदार का बड़ा इतने फायदा हो रहा है। दूसरा जिमीदार को कोई परेशानी नहीं, माल सेल करके साढ़े मुंशी बैठे ने सेल करके पर्ची बनवा ने, फौरी पेमेंट मिल रही है। उन्होंने जिला उकाला तहसील लैवल गोपालपुर जाने का कोई फायदा नहीं, उन्होंने इतने इंशाअल्लाह अच्छा रेट मिल रहा है। ਅੱਛਾ, ਜ਼ਿਮੀਂਦਾਰਾਂ ਨੂੰ ਤੁਸੀਂ ਇੱਥੇ ਪੈਸੇ ਪੇਮੈਂਟ ਵੀ ਨਗਦ ਦਿੰਦੇ ਪਏ? जी जी। ਔਰ ਜਿਹੜਾ ਮਾਲ ਆਉਂਦਾ ਪਿਆ ਤਕਰੀਬਨ ਕਿੰਨੀ ਤੋੜਾ ਆ ਜਾਂਦਾ ਇੱਥੇ? ਮਾਸ਼ਾਅੱਲਾ ਇੱਥੇ ਮਾਸ਼ਾਅੱਲਾ 3 ਏਕੜ ਫਲ ਸਾਰਾ ਭਰਿਆ ਜਾਂਦਾ ਹੈ। ਤਕਰੀਬਨ 3 ਵਜੇ ਨਿਲਾਮੀ ਸ਼ੁਰੂ ਹੁੰਦੀ ਹੈ ਤੇ ਸ਼ਾਮ 6 ਵਜੇ ਤੱਕ ਨਿਲਾਮੀ ਹੁੰਦੀ ਰਹਿੰਦੀ ਹੈ। ਇਹ ਵਪਾਰੀ ਜਿਹੜੇ ਨੇ ਮੁਕਾਮੀ 10,000 ਤੋੜਾ ਆ ਜਾਂਦਾ ਹੈ। ਹਾਂਜੀ, ਵਪਾਰੀ ਮੁਕਾਮੀ ਨੇ ਜਾਂ ਬਾਹਰੋਂ? ਮੁਕਾਮੀ ਨਹੀਂ ਸਰ, ਬਾਹਰੋਂ ਆ ਰਹੇ ਨੇ। ਕਰਾਚੀ ਦੇ ਵਪਾਰੀ ਵੀ ਇੱਥੇ ਮੌਜੂਦ ਨੇ, ਲਾਹੌਰ ਦੇ ਵਪਾਰੀ ਮੌਜੂਦ ਨੇ, ਲਕਾਨਾ, ਕੱਚੀ ਕੋਠੀ, ਇਸਲਾਮਾਬਾਦ, ਬੁੱਚੇ ਕੀ ਮੰਗੇ तमाम ਸ਼ਹਿਰਾਂ ਦੇ ਵਪਾਰੀ ਇੱਥੇ ਤਸ਼ਰੀਫ ਲਿਆਏ। ਸਾਡੇ ਜ਼ਿਮੀਂਦਾਰ ਭਾਈਆਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਇਸ ਮੰਡੀ ਦੇ ਬਾਰੇ? ਅਸੀਂ ਤਾਂ ਇਹੀ ਕਹਾਂਗੇ ਤੁਹਾਡੇ ਘਰ 'ਚ ਮੰਡੀ ਮੌਜੂਦ ਹੈ, ਤੁਹਾਨੂੰ ਪੇਮੈਂਟ ਵੀ ਠੀਕ ਮਿਲ ਰਹੀ ਹੈ, ਰੇਟ ਵੀ ਠੀਕ ਮਿਲ ਰਿਹਾ ਹੈ, ਫਿਰ ਤੁਹਾਨੂੰ ਤਹਿਸੀਲ ਲੈਵਲ ਜਾਂ ਜ਼ਿਲ੍ਹਾ ਲੈਵਲ ਤੇ ਨਹੀਂ ਸਾਡੇ ਸ਼ਹਿਰ ਦੀ ਮੰਡੀ ਨੂੰ ਕਾਮਯਾਬ ਸ਼ਹਿਰ ਦੀ ਮੰਡੀ ਨੂੰ ਕਾਮਯਾਬ ਕੀਤਾ ਜਾਏ। ਅੱਛਾ, ਇੱਕ ਗੱਲ ਹੋਰ ਦੱਸਿਆ ਜੇ, ਇੱਥੇ ਜਿਹੜੇ ਵਪਾਰੀ ਮਾਲ ਖਰੀਦਦੇ ਨੇ ਆਪਸ ਵਿੱਚ ਕੋਈ ਮਿਲੀ ਭਗਤ ਨਹੀਂ ਹੁੰਦੀ? ਨਾ ਜੀ ਨਾ, ਮਿਲੇਗਾ ਵਰਨੀ। ਜ਼ਿਮੀਦਾਰ ਦੇ ਕੋਲ ਮਾਲ ਸੇਲ ਕੀਤਾ ਜਾਂਦਾ ਹੈ और जिम्मेदार अगर मुतमिन नहीं तो वो मौके से कह सकता है मैं ये लाट सेल नहीं करता। और उन्होंने आलू लेना है आज। ਇਹ ਆਲੂ ਦੀ ਫਸਲ ਜਿਹੜੀ ਹੈ ਨਾ, ਇਹਦੇ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਸਬਜ਼ੀ ਹੈ, ਇਹ ਪਿਓ ਪੁੱਤਰ ਨੂੰ ਲੜਾ ਦਿੰਦੀ ਹੁੰਦੀ ਹੈ। ਤੁਸੀਂ ਕਿਸ ਤਰ੍ਹਾਂ ਇਹਦੇ ਤੇ ਮੁਤਮਿਨ ਹੋ ਤੇ ਕਹਿ ਰਹੇ ਜੇ ਵੀ ਇਹਨੂੰ ਇਹਦਾ ਰੇਟ ਵੱਧ ਸਕਦਾ ਹੈ? ਉਹਦੀ ਮੇਨ ਜਿਹੜੀ ਸਭ ਤੋਂ ਮੇਨ ਵਜ੍ਹਾ ਹੈ ਜੀ, ਤਕਰੀਬਨ ਕੋਈ 8-10 ਸਾਲ ਹੋ ਗਏ ਨੇ ਕਿ ਜਿਹੜਾ ਦਸੰਬਰ ਤੇ ਜਨਵਰੀ ਦਾ ਮਹੀਨਾ ਹੈ, ਉਸ ਮਹੀਨੇ ਦੇ ਅੰਦਰ ਇੰਨੀ ਕੱਚੀ ਪਟਾਈ ਦੀ ਐਵਰੇਜ ਮੰਡੀਆਂ ਦੇ ਅੰਦਰ ਨਹੀਂ ਗਈ, ਮਤਲਬ 30 ਤੋਂ 32 ਹਜ਼ਾਰ ਬੋਰੀ, ਔਰ ਉਸ ਦੇ ਬਾਵਜੂਦ ਰੇਟ ਪੁੱਛਣ ਨਹੀਂ ਆ ਰਿਹਾ। ਅਗਰ ਅੱਜ 200 ਘੱਟ ਹੈ ਤਾਂ ਸਵੇਰੇ 500 ਜ਼ਿਆਦਾ ਹੈ। ਇਹ ਮੰਡੀ ਦੇ ਵਿੱਚ ਆਲੂ ਤਾਂ ਪਹਿਲੇ ਹਰ ਸਾਲ ਹੀ ਇੰਨਾ ਜਾਂਦਾ ਹੈ, ਤੇ ਕੀ ਵਜ੍ਹਾ, ਕਿਉਂ ਇਹ ਇਸ ਦਫਾ ਕੀ ਐਵਰੇਜ ਘੱਟ ਆਉਂਦੀ ਪਈ ਹੈ, ਕੀ ਮਾਮਲਾ? ਇਹਦੀ ਵਜ੍ਹਾ ਜੀ ਜਿਹੜੀ ਸਭ ਤੋਂ ਮੇਨ ਵਜ੍ਹਾ ਹੈ ਨਾ ਜੀ, ਉਹ ਜਿਹੜੇ 10 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਸਮੋਗ ਦੀ ਵਜ੍ਹਾ ਸੀ, ਜਿੰਦੀ ਵਜ੍ਹਾ ਤੋਂ ਵੱਲਾਂ ਨੇ ਇੰਨੀ ਗਰੋਥ ਨਹੀਂ ਕੀਤੀ ਔਰ ਥੱਲੇ ਆਲੂ ਨਹੀਂ ਪਿਆ, ਔਰ ਤਕਰੀਬਨ ਲੋਕਾਂ ਦਾ 40% ਆਲੂ ਉੱਥੇ ਹੀ ਡੈਮੇਜ ਹੋ ਚੁੱਕਿਆ ਸੀ।
ਜਿਹੜਾ ਆਲੂ 20 ਤੋਂ 22 ਤੋਂ ਬਾਅਦ ਆਇਆ ਹੈ ਉਹ ਬਹਾਲੀ ਦੀ ਹਾਲਤ ਵਿੱਚ ਹੈਗਾ। ਸਾਡਾ ਗੇਤਰਾ ਆਲੂ ਜਿਹੜਾ ਹੈ ਉਹ ਬਹੁਤ ਨੁਕਸਾਨ ਵਿੱਚ ਗਿਆ, ਜਿੰਨੀ ਵਜ੍ਹਾ ਤੋਂ ਇਸ ਸਾਲ ਰੇਟ ਆਲੂ ਦਾ ਬਹੁਤ ਅੱਛਾ ਰਿਹਾ। ਆਲੂ ਲੱਗਿਆ ਵੀ ਤਾਂ ਬੜਾ ਹੋਇਆ। ਆਲੂ ਜਿੰਨਾ ਵੀ ਲੱਗਿਆ, ਲੇਕਿਨ ਇਹ ਕਿ ਇਹਦੀ ਪੈਦਾਵਾਰ ਘੱਟ ਹੈ। ਜਿਵੇਂ ਸਾਡਾ ਜ਼ਿਮੀਂਦਾਰ ਭਾਈਆਂ ਨੂੰ ਇਹ ਪੈਗਾਮ ਹੈ ਕਿ ਸਾਡਾ 16 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਇਹਦਾ ਵੇਟ ਕਰਨਾ ਚਾਹੀਦਾ। ਹੁਣ ਨਹੀਂ ਪੜਨੇ ਚਾਹੀਦੇ। ਹੁਣ ਨਹੀਂ ਪੜਨੇ ਚਾਹੀਦੇ। ਹੁਣ ਤਾਂ ਰੇਟ ਤਕਰੀਬਨ ਠੀਕ ਮਿਲਦਾ ਪਿਆ, ਰੇੜੀ ਮਿਲਦੀ ਵੀ ਜ਼ਿਮੀਂਦਾਰਾਂ ਨੂੰ। ਜ਼ਿਮੀਂਦਾਰ ਤਾਂ ਪਹਿਲੇ ਬੜੇ ਨੁਕਸਾਨ ਉਠਾ ਚੁੱਕਿਆ ਹੈ। ਅਗਰ ਉਹ ਇਸ ਗੱਲ ਦੇ ਵਿੱਚ ਰੁਕ ਜਾਂਦੇ ਨੇ ਸਾਰੇ, ਯਕਦਮ ਰਸ਼ ਪੈ ਜਾਂਦਾ ਹੈ, ਮੰਡੀ ਸਵੇਰੇ ਥੱਲੇ ਆ ਜਾਂਦੀ। ਜਿਹੜੇ ਆਪਦੀਆਂ ਜ਼ਮੀਨਾਂ ਵਾਲੇ ਨੂੰ ਤਾਂ ਸਟੋਰ ਕਰ ਲੈਂਦੇ, ਜਿਹੜੇ ਵਿਚਾਰੇ ਠੇਕੇਦਾਰ ਨੇ ਉਹਨਾਂ ਦਾ ਕੀ ਬਣੇਗਾ? ਨਹੀਂ ਜੀ, ਜਿਹੜੀ ਇਹਨਾਂ ਜ਼ਿੰਦਗੀ ਦਾ ਕੋਈ ਵੀ ਕਾਰੋਬਾਰ ਹੈ ਉਹ ਰਿਸਕ ਤੇ ਚੱਲਦਾ ਹੈ। ਜਿਹੜਾ ਅੰਗਰੇਜ਼ ਹੈ ਉਹ ਹਰ ਕੰਮ 'ਚ ਰਿਸਕ ਲੈਂਦਾ ਹੈ, ਲੇਕਿਨ ਅਸੀਂ ਲੋਕ ਹਾਂ ਬਰੇ ਆਜ਼ਮ ਹਮੇਸ਼ਾ ਦੇ ਬਹੁਤ ਜਜ਼ਬਾਤੀ, ਅਸੀਂ ਜ਼ਿੰਦਗੀ ਦਾ ਰਿਸਕ ਨਹੀਂ ਲੈਂਦੇ। ਤੁਸੀਂ ਅਗਰ ਆਪਣੀ ਜ਼ਿੰਦਗੀ ਨੂੰ ਮੌਤ ਦੇ ਆਖਰੀ ਕਿਨਾਰੇ ਤੇ ਜਾ ਕੇ ਜੀਓਗੇ ਤਾਂ ਤੁਸੀਂ ਸਾਰੇ ਸਮੁੰਦਰ ਦੇ ਮਾਲਕ ਬਣ ਸਕਦੇ ਜੇ। ਅਗਰ ਤੁਸੀਂ ਸ਼ੁਰੂ 'ਚ ਡਰ ਜਾਓ ਤਾਂ ਤੁਸੀਂ ਇਹਦਾ ਮਤਲਬ ਇਹ ਕਿ ਤੁਸੀਂ ਐਡੇ ਹੌਸਲੇ ਵਾਲੇ ਬੰਦੇ ਨਹੀਂ ਨੇ। ਇਸ ਕੋਲ ਚਾਹੀਦਾ ਕਿ ਇਹਨਾਂ ਨੂੰ ਜ਼ਿੰਦਗੀ ਨੂੰ ਹੌਸਲਾ